ਤੁਸੀਂ 32 34 ਜਿੰਨੇ ਵੀ ਹੈਗੇ ਹੋ ਇਕੱਠੇ ਹੋ ਕੇ ਤੇ ਬਾਕੀ 117 ਸੀਟਾਂ ਤੇ ਇਲੈਕਸ਼ਨ ਲੜੋ। ਉਦੋਂ ਮੈਨੂੰ ਬਹੁਤ ਬੁਰਾ ਭਲਾ ਕਿਹਾ ਗਿਆ। ਇਹਨਾਂ ਦੇ ਲੀਡਰਾਂ ਨੇ, ਰਾਜੇਵਾਲ ਸਾਹਿਬ ਨੇ ਬਹੁਤ ਮਾੜੇ ਸ਼ਬਦ ਯੂਜ਼ ਕੀਤੇ, ਪਰ ਚਲੋ ਵੱਡੇ ਨੇ, ਕੋਈ ਗੱਲ ਨਹੀਂ। ਅੱਜ ਉਹ ਇਲੈਕਸ਼ਨ ਲੜ ਰਹੇ। ਅੱਜ ਨਵਜੋਤ ਸਿੰਘ ਸਿੱਧੂ ਲੋਕਾਂ ਤੋਂ ਬਰਦਾਸ਼ਤ ਇਸ ਕਰਕੇ ਨਹੀਂ ਹੋ ਰਿਹਾ ਕਿਉਂਕਿ ਉਹ ਸੱਚ ਹੀ ਇੰਨਾ ਬੋਲ ਰਿਹਾ ਹੈ। ਉਹਦੇ ਸਾਹਮਣੇ ਨਜ਼ਰਾਂ ਮਿਲਾਉਣਾ, ਖੜਨਾ, ਤੁਸੀਂ ਤੁਹਾਨੂੰ ਇੰਟਰਵਿਊ ਕੀਤੀ ਹੈ ਸਾਰਿਆਂ ਨੇ, ਹੁਣ ਤਾਂ ਮੇਰੇ ਨੂੰ ਜ਼ਿਆਦਾ ਪਤਾ। ਹਰ ਚੀਜ਼ ਦਾ ਹੱਲ ਉਹਦੇ ਕੋਲ ਹੈ। ਇੱਕ ਇੰਟੈਲੀਜੈਂਟ ਆਦਮੀ ਹੈ, ਉਹਦੀ ਬਰਾਬਰੀ ਕੋਈ ਕਰ ਨਹੀਂ ਸਕਦਾ। ਔਰ ਅੱਜ ਜੇ ਉਹ ਬੰਦਾ ਪੰਜਾਬ ਦੀ ਗੱਲ ਕਰ ਰਿਹਾ, ਪੰਜਾਬ ਦੇ ਲੋਕਾਂ ਦੀ ਗੱਲ ਕਰ ਰਿਹਾ, ਆਪਾਂ ਨੂੰ ਕੀ ਚਾਹੀਦਾ ਸੀ ਕਿ ਆਪਾਂ ਉਹਦੇ ਨਾਲ ਖੜਦੇ। ਇਹਨਾਂ ਨੂੰ ਨਾਲ ਖੜਨਾ ਚਾਹੀਦਾ ਸੀ, ਸਿੱਧੂ ਦੇ ਨਾਲ ਖੜਨਾ ਚਾਹੀਦਾ ਸੀ, ਜਿਹੜਾ ਕਿ ਪ੍ਰਧਾਨ ਬਣਾ ਕੇ ਹਾਈ ਕਮਾਂਡ ਨੇ ਭੇਜਿਆ। ਔਰ ਜੇ ਨਹੀਂ ਕਰ ਰਹੇ ਤਾਂ ਇਹਨਾਂ ਨੂੰ ਗਲਤ ਫਹਿਮੀ ਹੈ। ਜਿਸ ਉੱਤੇ ਰੱਬ ਦਾ ਥਾਪੜਾ ਹੋਵੇ ਉਹਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਹਰਾ ਸਕਦੀ। ਵਿਰੋਧੀ ਇਹ ਗੱਲਾਂ ਕਰ ਰਹੇ ਨੇ ਕਿ ਮਿਸਗਾਈਡਡ ਮਿਸਾਈਲ ਹੈ ਨਵਜੋਤ ਸਿੰਘ ਸਿੱਧੂ। ਉਹ ਇਹ ਕਹਿੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਮੌਕਾ ਪ੍ਰਸਤ ਔਰ ਫਿਰਕਾ ਪ੍ਰਸਤ ਜਿਹੜੀ ਰਾਜਨੀਤੀ ਹੈ ਉਸ ਦਾ ਸ਼ਿਕਾਰ ਨੇ। ਉਹ ਇਹ ਕਹਿੰਦੇ ਨੇ ਕਿ ਪੰਜਾਬ ਲਈ ਨਹੀਂ, ਪੰਜਾਬੀਅਤ ਲਈ ਨਹੀਂ, ਨਵਜੋਤ ਸਿੰਘ ਸਿੱਧੂ ਸਿਰਫ ਆਪਣੀ ਕੁਰਸੀ ਲਈ ਲੜ ਰਹੇ ਨੇ। ਔਰ ਕੁਰਸੀ ਵੀ ਕਿਹੜੀ? ਸੀਐਮ ਦੀ ਕੁਰਸੀ। ਉਹ ਨਹੀਂ ਵਿਰੋਧ ਕਰਨਗੇ, ਹੋਰ ਫਿਰ ਤੁਸੀਂ ਤੇ ਮੈਂ ਕਰਾਂਗੇ। ਲੇਕਿਨ ਭਾਵੇਂ ਸਾਰੀ ਦੁਨੀਆ ਸਿੱਧੂ ਦੇ ਖਿਲਾਫ ਹੋਵੇ, ਖੁਦਾਈ, ਖੁਦਾ, ਪਰਮੰਡ, ਯੂਨੀਵਰਸ ਤੇ ਆ ਉਹਦਾ ਪਿਓ ਉਹਦੇ ਨਾਲ ਖੜਾ ਹੈ। ਬੇਸ਼ੱਕ ਅਹੂਤੀ ਦੇਣੀ ਪੈ ਜੇ, ਕੁਝ ਵੀ ਕਰਨਾ ਪੈ ਜੇ, ਪੰਜਾਬ ਦੇ ਲੋਕਾਂ ਦੇ ਨਾਲ ਖੜੇ ਆ, ਪੰਜਾਬ ਦੇ ਕਿਸਾਨਾਂ ਦੇ ਨਾਲ ਖੜੇ ਆ, ਹਰ ਧਰਮ ਦੇ ਨਾਲ ਖੜੇ ਆ ਔਰ ਖੜੇ ਰਵਾਂਗੇ। ਬੇਸ਼ੱਕ ਪਿਓ ਪੁੱਤ ਰਹਿਣ ਨਾ ਰਹਿਣ, ਕੋਈ ਸਤਿ ਸ਼੍ਰੀ ਅਕਾਲ ਜੀ। ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਵਿਨਿਤ ਕਪੂਰ ਔਰ ਗੱਲ ਕਰ ਲੈਂਦੇ ਹਾਂ ਪੰਜਾਬ ਦੀ ਭਖੀ ਹੋਈ ਸਿਆਸਤ ਦੀ, ਕਿਉਂਕਿ 2022 ਦਾ ਆਗਾਜ਼ ਹੋ ਚੁੱਕਿਆ ਹੈ ਔਰ ਕਿਸੇ ਵੀ ਸਮਾਂ ਸੂਬੇ ਦੇ ਵਿੱਚ ਚੋਣ ਜਾਬਤਾ ਲੱਗ ਸਕਦਾ ਹੈ। ਔਰ ਇਸ ਵਾਰ ਜਿਸ ਢੰਗ ਦੇ ਸਮੀਕਰਨ ਵੇਖਣ ਨੂੰ ਮਿਲ ਰਹੇ ਨੇ, ਕਿਸਾਨ ਆਗੂ ਜਿਹੜੇ ਨੇ ਉਹ ਆਪਣਾ ਮੋਰਚਾ ਬਣਾ ਕੇ ਚੋਣ ਮੈਦਾਨ ਦੇ ਵਿੱਚ ਉਤਰ ਚੁੱਕੇ ਨੇ। ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿ ਰਹੇ ਨੇ ਕਿ 117 ਸੀਟਾਂ ਤੇ ਕੈਂਡੀਡੇਟ ਲਾਉਣਗੇ। ਇਸੇ ਦੇ ਨਾਲ ਹੀ ਬੀਜੇਪੀ ਜਿਹੜੀ ਹੈ ਉਹ ਵੀ ਦੂਜੀ ਪਾਰਟੀਆਂ ਦੇ ਜਿਹੜੇ ਸੀਨੀਅਰ ਲੀਡਰ ਨੇ ਉਹਨਾਂ ਨੂੰ ਆਪਣੇ ਨਾਲ ਰਲਾਉਣ ਦੀ ਹਰ ਸੰਭਵ ਕੋਸ਼ਿਸ਼ ਕਰਦੀ ਨਜ਼ਰ ਆ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਜਿਹੜੇ ਕਾਂਗਰਸ ਦਾ ਮਜ਼ਬੂਤ ਚਿਹਰਾ ਮੰਨੇ ਜਾਂਦੇ ਸੀ 2017 ਦੇ ਵਿੱਚ, ਅੱਜ ਕਾਂਗਰਸ ਤੋਂ ਅੱਡ ਹੋ ਚੁੱਕੇ ਨੇ। ਨਵਜੋਤ ਸਿੰਘ ਸਿੱਧੂ ਜਿਹੜੇ ਨੇ ਤਾਬੜਤੋੜ ਰੈਲੀਆਂ ਕਰ ਰਹੇ ਨੇ ਔਰ ਇਸੀ ਮਸਲੇ ਦੇ ਉੱਪਰ ਯੋਗਰਾਜ ਸਿੰਘ ਸਾਡੇ ਨਾਲ ਨੇ। ਗੱਲਬਾਤ ਕਰਨੇ ਆ, ਮਸ਼ਹੂਰ ਅਦਾਕਾਰ ਨੇ ਔਰ ਨਾਲ ਇੱਕ ਵੱਡੇ ਸੂਝਵਾਨ ਪੋਲੀਟੀਸ਼ੀਅਨ ਵੀ ਇਹਨਾਂ ਨੂੰ ਕਿਹਾ ਜਾ ਸਕਦਾ ਹੈ ਕਿਉਂਕਿ ਇਹ ਵੀ ਰਾਜਨੀਤੀ ਦਾ ਹਿੱਸਾ ਰਹਿ ਚੁੱਕੇ ਨੇ। ਗੱਲਬਾਤ ਕਰਾਂਗੇ ਯੋਗਰਾਜ ਜੀ। ਸਵਾਗਤ ਕਰਦੇ ਹਾਂ ਤੁਹਾਡਾ ਦੈਨਿਕ ਸਵੇਰਾ ਟੀਵੀ ਦੇ ਵਿੱਚ। ਯੋਗਰਾਜ ਸਿੰਘ ਸੁਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਰ, ਕਿਸ ਤਰ੍ਹਾਂ ਦੇਖਦੇ ਹੋ ਇਸ ਵਕਤ ਜਿਹੜੀ ਸਿਆਸਤ ਪੰਜਾਬ ਦੇ ਵਿੱਚ ਹੋ ਰਹੀ ਹੈ, ਜਿਸ ਢੰਗ ਦੀ ਸਿਆਸਤ ਹੋ ਰਹੀ ਹੈ, ਉਸ ਨੂੰ ਸਭ ਤੋਂ ਪਹਿਲਾਂ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਇਹ ਹੋਣਾ ਹੀ ਸੀ, ਮੈਨੂੰ ਪਤਾ ਸੀ। ਜਦ ਇਹ ਅੰਦੋਲਨ ਸ਼ੁਰੂ ਹੋਇਆ, 18 ਮਹੀਨੇ ਹੋ ਗਏ ਮੈਨੂੰ ਇਸ ਅੰਦੋਲਨ ਦੇ ਵਿੱਚ। ਜੇ ਤੁਸੀਂ ਸਾਰੀਆਂ ਸਪੀਚਾਂ ਮੇਰੀਆਂ ਸੁਣੀਆਂ ਔਰ ਤੁਹਾਨੂੰ ਯਾਦ ਹੋਊਗਾ, ਬਹੁਤ ਸਾਰੀਆਂ ਗੱਲਾਂ ਮੈਂ ਪਹਿਲਾਂ ਹੀ ਕਹਿਤੀਆਂ ਸੀ। ਔਰ ਦੋ ਹੀ ਚੀਜ਼ਾਂ ਨੂੰ ਲੈ ਕੇ ਮੈਂ ਤੁਰਿਆ ਸੀ ਕਿ ਗੁਰੂ ਘਰ ਦਾ ਮੈਨੂੰ ਹੁਕਮ ਹੈ ਕਿ ਕਿਸਾਨਾਂ ਦੇ ਨਾਲ ਤੁਰਨਾ, ਕਿਸਾਨਾਂ ਦੇ ਨਾਲ ਰਹਿਣਾ, ਪੰਜਾਬ ਦੇ ਲੋਕਾਂ ਨਾਲ ਮਰਨਾ, ਪੰਜਾਬ ਦੇ ਲੋਕਾਂ ਨਾਲ ਜਿਉਣਾ। ਤੇ ਦੂਜਾ ਹੁਕਮ ਮੈਨੂੰ ਲੱਗਿਆ ਸੀ ਵੀ ਨਵਜੋਤ ਸਿੰਘ ਸਿੱਧੂ ਨੂੰ ਘਰੋਂ ਕੱਢ ਕੇ ਲਿਆਉਣਾ। ਸ਼ਾਇਦ ਤੁਹਾਨੂੰ ਯਾਦ ਹੋਵੇ, ਆਪਾਂ ਇੰਟਰਵਿਊ ਪਹਿਲਾਂ ਵੀ ਕੀਤੀ ਸੀ। ਇਹ ਦੋਨੋਂ ਕੰਮ ਗੁਰੂ ਘਰ ਤੋਂ ਲੈ ਕੇ ਥਾਪੜਾ ਮੈਂ ਕੰਪਲੀਟ ਹੋ ਗਏ ਮੇਰੇ। ਲੇਕਿਨ ਜੋ ਕੁਛ ਇਸ ਵਕਤ ਤੁਸੀਂ ਸਵਾਲ ਪੁੱਛੇ ਹੈ, ਇਹ ਐਕਸਪੈਕਟਡ ਸੀ। ਬੜੀ ਵਾਰੀ ਮੈਂ ਗੱਲ ਕਹੀ ਸੀ, ਜਿੱਥੇ ਤੱਕ ਤਾਂ ਜਥੇਬੰਦੀਆਂ ਦੀ ਗੱਲ ਤੁਸੀਂ ਕੀਤੀ ਹੈ ਵੀ ਉਹ ਇਲੈਕਸ਼ਨ ਲੜ ਰਹੇ ਹੈ। ਤੁਹਾਨੂੰ ਯਾਦ ਹੋਊਗਾ ਮੈਂ ਕਈ ਵਾਰੀ ਸਟੇਜ 'ਤੇ ਕਿਹਾ ਸੀ ਵੀ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਤਾਂ ਤੁਹਾਨੂੰ ਤਾਕਤ ਆਪਣੀ ਆਪ ਪੈਦਾ ਕਰਨੀ ਪੈਣੀ। ਤੁਸੀਂ 32 34 ਜਿੰਨੇ ਵੀ ਹੈਗੇ ਹੋ ਇਕੱਠੇ ਹੋ ਕੇ ਤੇ ਬਾਕੀ 117 ਸੀਟਾਂ ਤੇ ਇਲੈਕਸ਼ਨ ਲੜੋ। ਉਦੋਂ ਮੈਨੂੰ ਬਹੁਤ ਬੁਰਾ ਭਲਾ ਕਿਹਾ ਗਿਆ। ਇਹਨਾਂ ਦੇ ਲੀਡਰਾਂ ਨੇ, ਰਾਜੇਵਾਲ ਸਾਹਿਬ ਨੇ ਬਹੁਤ ਮਾੜੇ ਸ਼ਬਦ ਯੂਜ਼ ਕੀਤੇ, ਪਰ ਚਲੋ ਵੱਡੇ ਨੇ, ਕੋਈ ਗੱਲ ਨਹੀਂ। ਅੱਜ ਉਹ ਇਲੈਕਸ਼ਨ ਲੜ ਰਹੇ ਨੇ। ਬੀਜੇਪੀ ਨੇ ਇਲੈਕਸ਼ਨ ਲੜਨੀ ਸੀ ਕਿਉਂਕਿ ਉਹ ਤਾਕਤਵਰ, ਉਹ ਰੂਲ ਕਰ ਰਹੇ ਹਿੰਦੁਸਤਾਨ ਨੂੰ, ਤਾਂ ਉਹਨਾਂ ਨੇ ਤਾਂ ਇਲੈਕਸ਼ਨ ਲੜਨੀ ਸੀ। ਔਰ ਉਹ ਬੜੇ ਦਿਮਾਗੀ ਬੰਦੇ ਨੇ, ਬੜੇ ਡੀਪ ਰੂਟਡ ਬੰਦੇ ਨੇ। ਔਰ ਉਹਨਾਂ ਨੂੰ ਪਤਾ ਸੀ ਕਿ ਜਦ ਇਹ ਇੱਕ ਜਿਹੜੀ ਕੌਮ ਹੈ ਸਾਡੇ ਪੰਜਾਬ ਦੀ, ਜਦ ਮਰਜ਼ੀ ਤੋੜ ਲਓ, ਜਦ ਮਰਜ਼ੀ ਇਹਨਾਂ ਨੂੰ ਵੰਡ ਦਿਓ। ਇਸੇ ਕਰਕੇ
ਜਿਹੜਾ ਪੰਜਾਬ ਹੈ ਉਹ ਤਿੱਬਤ ਤੋਂ ਲੈ ਕੇ ਕਸ਼ਮੀਰ ਤੋਂ ਲੈ ਕੇ ਕੰਧਾਰ ਤੋਂ ਲੈ ਕੇ ਦਿੱਲੀ ਤੱਕ ਕੈਰੋ ਸਾਹਿਬ ਦੇ ਟਾਈਮ ਸੀਗਾ, ਤੇ ਉਹ ਛੋਟਾ ਇਸੇ ਕਰਕੇ ਹੋ ਗਿਆ ਕਿਉਂਕਿ ਜਿਨ੍ਹਾਂ ਨੇ ਰਾਜ ਕੀਤਾ ਉਹਨਾਂ ਨੂੰ ਪਤਾ ਸੀ, ਅੰਗਰੇਜ਼ਾਂ ਨੂੰ ਵੀ ਪਤਾ ਸੀ, ਔਰ ਪਾਰਟੀਸ਼ਨ ਤੋਂ ਬਾਅਦ ਇਹਨਾਂ ਨੂੰ ਵੀ ਪਤਾ ਸੀ। ਇਹ ਬੜੀ ਬਦਨਸੀਬੀ ਹੈ ਪੰਜਾਬ ਦੀ ਕਿ ਸਾਡੇ ਲੋਕ ਬੜੀ ਛੇਤੀ ਵਿਕ ਜਾਂਦੇ ਨੇ, ਈਮਾਨ ਛੱਡ ਜਾਂਦੇ ਨੇ। ਗੱਦਾਰਾਂ ਦਾ ਕੋਈ ਘਾਟਾ ਨਹੀਂ। ਤੁਸੀਂ ਦੇਖੋ ਅੱਜ ਜਿਹੜੇ ਬੰਦਿਆਂ ਨੂੰ ਆਪਣੀ ਪਾਰਟੀ ਦੇ ਨਾਲ ਖੜੇ ਹੋਣਾ ਚਾਹੀਦਾ ਸੀ, ਜਿਸ ਘਰ ਨੇ ਉਹਨਾਂ ਨੂੰ 50 60 70 ਸਾਲ ਤੋਂ ਰੋਟੀ ਦਿੱਤੀ, ਮੰਤਰੀ ਬਣਾਇਆ, CM ਬਣਾਇਆ, ਸਭ ਕੁਛ ਕੀਤਾ, ਅੱਜ ਉਹ ਮਿੰਟੋ ਮਿੰਟੀ ਜਦ ਸਮਾਂ ਆਇਆ ਨਾਲ ਖੜਨ ਦਾ ਛੱਡ ਕੇ ਚਲੇ ਗਏ। ਕਿਆ ਵਫਾਦਾਰੀ ਹੈ, ਵਾਹ ਸਦਕੇ ਜਾਵਾਂ। ਆਪ ਵਾਲਿਆਂ ਨਾਲ ਸਾਡੇ ਜਿਹੜੇ ਆਗੂ ਨੇ, ਸਾਡੇ ਜਿਹੜੇ ਅੰਦੋਲਨ ਦੇ ਸੋ ਕਾਲਡ ਲੀਡਰਸ ਕਹਿੰਦੇ ਸੀ ਵੀ ਅਸੀਂ ਅੰਦੋਲਨ ਐਂ ਕਰਤਾ ਫਲਾਨਾ ਕਰਤਾ, ਤੇ ਮੈਂ ਬੜੀ ਵਾਰੀ ਇਹ ਗੱਲ ਕੀਤੀ ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਇਹ ਅੰਦੋਲਨ ਉਸ ਗੁਰੂ ਮਹਾਰਾਜ ਦੀ ਕਿਰਪਾ ਨਾਲ ਤੇ ਪੰਜਾਬ ਦੇ ਲੋਕ, ਪੰਜਾਬ ਦੀ ਜਵਾਨੀ ਤੇ ਪੰਜਾਬੀਆਂ ਦਾ ਅੰਦੋਲਨ ਹੈ। ਇਹਦੇ ਵਿੱਚ ਕੋਈ ਲੀਡਰਸ਼ਿਪ ਦਾ ਕਮਾਨ ਨਹੀਂ ਹੈ, ਔਰ ਉਹਨਾਂ ਨੇ ਅੱਜ ਆਪ ਨਾਲ ਮਿਲ ਕੇ ਆਪਣੀ ਸਰਕਾਰ ਬਣਾਉਣ ਦਾ ਫੈਸਲਾ ਕਰ ਲਿਆ। ਮੈਂ ਸੁਣਦਾ ਹੁੰਦਾ ਸੀ, ਔਰ ਸ਼ਾਇਦ ਮੈਂ ਗੱਲ ਕਹਿੰਦਾ ਵੀ ਹੁੰਦਾ ਸੀ, ਔਰ ਮੈਂ ਕਿਤਾਬਾਂ 'ਚ ਪੜ੍ਹਦਾ ਵੀ ਹੁੰਦਾ ਸੀ ਕਿ ਪੰਜਾਬ ਦੇ ਵਿੱਚ ਜੇ 10 ਸੂਰਮੇ ਹੋਏ ਹੈ ਤਾਂ 100 ਗੱਦਾਰ ਵੀ ਹੋਏ ਹੈ, ਜਿਨ੍ਹਾਂ ਨੇ ਆਪਣੀ ਮਾਂ, ਆਪਣੀ ਧਰਤੀ, ਆਪਣੀ ਮਦਰਲੈਂਡ ਦੇ ਹਿੱਕ ਦੇ ਵਿੱਚ ਛੁਰਾ ਮਾਰਿਆ, ਪਿੱਠ ਛੁਰਾ ਮਾਰਿਆ। ਉਹ ਅੱਜ ਆਪਾਂ ਦੇਖ ਲਿਆ ਸਾਹਮਣੇ। ਸੋ ਮੇਰੇ ਲਈ ਕੋਈ ਨਵੀਂ ਗੱਲ ਨਹੀਂ। ਮੈਨੂੰ ਸਿਰਫ ਇੰਨਾ ਪਤਾ ਹੈ ਕਿ ਇੱਕ ਥਾਪੜਾ ਦਿੱਤਾ ਹੋਇਆ ਗੁਰੂ ਘਰ ਦਾ ਮਹਾਨ ਲੀਡਰ, ਯੋਧਾ, ਜਰਨੈਲ ਅੱਜ ਸੱਚ ਦੀ ਆਵਾਜ਼ ਬੋਲ ਰਿਹਾ ਹੈ, ਔਰ ਜਦ ਵੀ ਤੁਸੀਂ ਸੱਚ ਦੀ ਆਵਾਜ਼ ਬੁਲੰਦ ਕਰੋਗੇ, ਉਹ ਆਕਾਸ਼ 'ਚ ਵੱਜ ਕੇ ਜਾਂ ਧਰਤੀ 'ਤੇ ਵਾਪਸ ਆਉਂਦੀ ਹੈ ਨਾ, ਉਹ ਝੂਠੇ ਲੋਕਾਂ ਤੋਂ ਬਰਦਾਸ਼ਤ ਨਹੀਂ ਹੁੰਦੀ। ਅੱਜ ਨਵਜੋਤ ਸਿੰਘ ਸਿੱਧੂ ਲੋਕਾਂ ਤੋਂ ਬਰਦਾਸ਼ਤ ਇਸ ਕਰਕੇ ਨਹੀਂ ਹੋ ਰਿਹਾ ਕਿਉਂਕਿ ਉਹ ਸੱਚ ਹੀ ਇੰਨਾ ਬੋਲ ਰਿਹਾ ਹੈ, ਔਰ ਉਹਦੇ ਸਾਹਮਣੇ ਨਜ਼ਰਾਂ ਮਿਲਾਉਣਾ, ਖੜਨਾ। ਤੁਹਾਨੂੰ ਇੰਟਰਵਿਊ ਕੀਤੀ ਹੈ ਸਾਰਿਆਂ ਨੇ, ਤੁਹਾਨੂੰ ਤਾਂ ਮੇਰੇ ਨੂੰ ਜ਼ਿਆਦਾ ਪਤਾ। ਹਰ ਚੀਜ਼ ਦਾ ਹੱਲ ਉਹਦੇ ਕੋਲ ਹੈ, ਹਰ ਚੀਜ਼ ਦੀ ਉਹਦੇ ਕੋਲ ਪਲੇਟਫਾਰਮ ਹੈ, ਉਹਦੇ ਕੋਲ ਏਜੰਡੇ ਹੈ, ਸਭ ਕੁਛ ਹੈ। ਇੱਕ ਇੰਟੈਲੀਜੈਂਟ ਆਦਮੀ ਹੈ, ਉਹਦੀ ਬਰਾਬਰੀ ਕੋਈ ਕਰ ਨਹੀਂ ਸਕਦਾ। ਔਰ ਅੱਜ ਜੇ ਉਹ ਬੰਦਾ ਪੰਜਾਬ ਦੀ ਗੱਲ ਕਰ ਰਿਹਾ, ਪੰਜਾਬ ਦੇ ਲੋਕਾਂ ਦੀ ਗੱਲ ਕਰ ਰਿਹਾ, ਆਪਾਂ ਨੂੰ ਕੀ ਚਾਹੀਦਾ ਸੀ ਕਿ ਆਪਾਂ ਉਹਦੇ ਨਾਲ ਖੜਦੇ। ਜਦ ਵੀ ਤੁਹਾਨੂੰ ਕੋਈ ਨਵਾਂ ਚੰਗਾ ਜਰਨੈਲ ਮਿਲਦਾ ਹੈ, ਤੁਹਾਨੂੰ ਕੋਈ ਨਵਾਂ ਬੰਦਾ ਰੱਬ ਥਾਪੜਾ ਮਾਰ ਕੇ ਦਿੰਦਾ, ਤਾਂ ਉਹ ਤੁਸੀਂ ਉਹਦੇ ਨਾਲ ਚੱਲਦੇ ਹੋ। ਖੈਰ, ਮੈਨੂੰ ਇਸ ਗੱਲ ਦਾ ਵੀ ਅਫਸੋਸ ਨਹੀਂ ਹੈ, ਦੁੱਖ ਜ਼ਰੂਰ ਹੈ, ਕਿਉਂਕਿ ਜਦ ਗੁਰੂ ਸਾਹਿਬ ਨੇ ਸਿੱਖੀ ਸਾਜੀ ਉਦੋਂ ਵੀ 80,000 ਬੰਦੇ 'ਚੋਂ 5 ਹੀ ਰਹਿ ਗਏ ਸੀ। ਔਰ ਸੱਚ ਜਿਹੜਾ ਹੈ ਉਹ ਜਦ ਇੱਕ ਕਿਰਨ ਸੱਚ ਦੇ ਵਿੱਚੋਂ ਨਿਕਲਦੀ ਹੈ, ਜਿਵੇਂ ਸਵੇਰੇ ਸਵੇਰੇ ਸੂਰਜ ਨਿਕਲਦਾ, ਤਾਂ ਸਾਰਾ ਹਨੇਰਾ ਛੱਡ ਜਾਂਦਾ ਹੈ। ਜਿਨ੍ਹਾਂ ਨੇ ਛੱਡ ਕੇ ਜਾਣੇ ਜਾਣ। ਮੇਰੇ ਵੱਲੋਂ ਮੈਂ ਤਾਂ ਬੜੀ ਵਾਰੀ 3-4 ਦਿਨ ਹੋ ਗਏ ਇਹੀ ਗੱਲ ਕਰੀ ਜਾਂਦਾ, ਜਿਹਨੇ ਚੰਗਾ ਹੈ ਆਪੇ ਹੀ ਚਲੇ ਜਾਓ, ਤਾਂ ਕਿ ਲੋਕਾਂ ਨੂੰ ਇਹ ਤਾਂ ਪਤਾ ਲੱਗੇ ਵੀ ਤੁਸੀਂ ਵਾਕਈ ਹੀ ਜ਼ਿੰਦਗੀ 'ਚ ਉੱਦਾਂ ਦੀ ਜਿਹੋ ਜਿਹਾ ਤੁਹਾਨੂੰ ਕਿਹਾ ਜਾਂਦਾ, ਕਿਉਂਕਿ ਕਈਆਂ ਦੇ ਲੋਕਾਂ ਦੇ ਮਨ 'ਚ ਸੀ ਵੀ ਪਤਾ ਨਹੀਂ ਇਹ ਸੱਚ ਹੈ ਕਿ ਝੂਠ ਹੈ। ਸੋ ਸਾਰਿਆਂ ਨੇ ਆਪਣੇ ਆਪਣੇ ਜਿਹੜੇ ਹੈ ਗਿਰੇਬਾਨ ਖੋਲ੍ਹ ਕੇ ਦਿਖਾਤੇ ਕਿ ਨਹੀਂ ਭਾਈ, ਅਸੀਂ ਹੁਣ ਇਸ ਟਾਈਮ ਜਦ ਪੰਜਾਬ ਨੂੰ ਬਹੁਤ ਲੋੜ ਸੀ ਇਹਨਾਂ ਦੀ, ਇਹਨਾਂ ਲੀਡਰਾਂ ਦੀ, ਇਹਨਾਂ ਲੋਕਾਂ ਦੀ, ਇਹਨਾਂ ਬੰਦਿਆਂ ਦੀ, ਭਾਵੇਂ ਜਿਹੋ ਜਿਹੇ ਵੀ ਹੈਗੇ ਹੈ, ਜੈਸੇ ਵੀ ਹੈ, ਇਹਨਾਂ ਨੂੰ ਨਾਲ ਖੜਨਾ ਚਾਹੀਦਾ ਸੀ। ਸਿੱਧੂ ਦੇ ਨਾਲ ਖੜਨਾ ਚਾਹੀਦਾ ਸੀ, ਜਿਹੜਾ ਕਿ ਪ੍ਰਧਾਨ ਬਣਾ ਕੇ ਹਾਈ ਕਮਾਂਡ ਨੇ ਭੇਜਿਆ। ਔਰ ਜੇ ਨਹੀਂ ਕਰ ਰਹੇ ਤਾਂ ਇਹਨਾਂ ਨੂੰ ਗਲਤ ਫਹਿਮੀ ਹੈ, ਜਿਸ ਉੱਤੇ ਰੱਬ ਦਾ ਥਾਪੜਾ ਹੋਵੇ ਉਹਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਹਰਾ ਸਕਦੀ। ਯੁਵਰਾਜ ਜੀ, ਤੁਸੀਂ ਨਵਜੋਤ ਸਿੰਘ ਸਿੱਧੂ ਨੂੰ ਇੱਕ ਵੱਡਾ ਲੀਡਰ ਕਹਿ ਰਹੇ ਹੋ, ਲੇਕਿਨ ਅੱਜ ਇਹ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ, ਮੈਨੂੰ ਕੱਢ ਕੇ ਲਿਆ। ਵਿਰੋਧੀ ਇਹ ਗੱਲਾਂ ਕਰ ਰਹੇ ਨੇ ਕਿ ਮਿਸਗਾਈਡਡ ਮਿਸਾਈਲ ਹੈ ਨਵਜੋਤ ਸਿੰਘ ਸਿੱਧੂ। ਉਹ ਇਹ ਕਹਿੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਮੌਕਾ ਪ੍ਰਸਤ ਔਰ ਫਿਰਕਾ ਪ੍ਰਸਤ ਜਿਹੜੀ ਰਾਜਨੀਤੀ ਹੈ ਉਸ ਦਾ ਸ਼ਿਕਾਰ ਨੇ। ਉਹ ਇਹ ਕਹਿੰਦੇ ਨੇ ਕਿ ਪੰਜਾਬ ਲਈ ਨਹੀਂ, ਪੰਜਾਬੀਅਤ ਲਈ ਨਹੀਂ, ਨਵਜੋਤ ਸਿੰਘ ਸਿੱਧੂ ਸਿਰਫ ਆਪਣੀ ਕੁਰਸੀ ਲਈ ਲੜ ਰਹੇ ਨੇ, ਔਰ ਕੁਰਸੀ ਵੀ ਕਿਹੜੀ, CM ਦੀ ਕੁਰਸੀ। ਇਹ ਗੱਲਾਂ ਪੰਜਾਬ ਦੀ ਸਿਆਸਤ ਦੇ ਵਿੱਚ ਵਿਰੋਧੀ ਜਿਹੜੇ ਨੇ ਵੱਡੇ ਪੱਧਰ ਤੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਕਰਦੇ ਨਜ਼ਰ ਆ ਰਹੇ ਨੇ। ਔਰ ਹੁਣ ਤੇ ਕਾਂਗਰਸ ਦੇ ਅੰਦਰ ਖਾਤੇ ਵੀ ਕੁਝ ਇਸ ਤਰ੍ਹਾਂ ਦੀ ਗੱਲਾਂ ਹੋ ਰਹੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦੀ ਜਿਹੜੀ ਕਾਰਜਸ਼ੈਲੀ ਹੈ, ਕਾਂਗਰਸ ਦੀ ਜਿਹੜੀ ਜਿਸ ਢੰਗ ਦੇ ਨਾਲ ਕਾਂਗਰਸ ਜਿਸ ਪਲੇਟਫਾਰਮ ਤੇ ਕੰਮ ਕਰਦੀ ਹੈ, ਉਹ ਸਿੱਖਣ ਦੀ ਲੋੜ ਹੈ। ਇਹ ਕੁਝ ਖੁਦ ਕਾਂਗਰਸੀ ਆਗੂ ਵੀ ਇਹ ਗੱਲ ਕਰ ਰਹੇ ਨੇ। ਜਿਹੜੇ ਬੰਦੇ ਗੱਲ ਕਰ ਰਹੇ ਨੇ ਔਰ ਕਹਿ ਰਹੇ ਨੇ, ਆਪਣੇ ਗਿਰੇਬਾਨ 'ਚ ਝਾਕ ਕੇ ਸ਼ੀਸ਼ੇ ਦੇ ਮੂਹਰੇ ਖੜ ਕੇ ਆਪਣੀ ਅੱਖ ਚੱਖ ਪਾ ਕੇ ਗੱਲ ਕਰਨ
ਔਰ ਪੁੱਛਣ ਆਪਣੇ ਆਪ ਨੂੰ ਕਿ ਮੈਂ ਕੌਣ ਹਾਂ, ਮੈਂ ਸ਼ੈਤਾਨ ਦੀ ਔਲਾਦ ਹਾਂ ਜਾਂ ਮੈਂ ਖੁਦਾ ਦੀ ਔਲਾਦ ਹਾਂ। ਖੁਦਾ ਦੀ ਔਲਾਦ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਇਸ ਕਰਕੇ ਬੋਲਿਆ ਜਾ ਰਿਹਾ ਹੈ ਕਿਉਂਕਿ ਹਰ ਆਦਮੀ ਆਪਣਾ ਪਾਪ ਲੁਕਾਉਣਾ ਚਾਹੁੰਦਾ ਹੈ। ਜੋ ਕੁਛ ਪੰਜਾਬ ਦੀ ਧਰਤੀ ਤੇ ਪਿਛਲੇ 30, 35, 40 ਸਾਲਾਂ 'ਚ ਹੋਇਆ, ਉਹਨੂੰ ਮੈਂ ਤਾਂ ਕੀ ਬਿਆਨ ਕਰਨਾ, ਸਾਰੀ ਦੁਨੀਆ ਜਾਣਦੀ ਹੈ, ਤੁਸੀਂ ਵੀ ਜਾਣਦੇ ਹੋ, ਜੱਗ ਜਾਣਦਾ। ਤੇ ਜੇ ਉਹ ਨਹੀਂ ਵਿਰੋਧ ਕਰਨਗੇ ਹੋਰ, ਫਿਰ ਤੁਸੀਂ ਤੇ ਮੈਂ ਕਰਾਂਗੇ। ਲੇਕਿਨ ਭਾਵੇਂ ਸਾਰੀ ਦੁਨੀਆ ਸਿੱਧੂ ਦੇ ਖਿਲਾਫ ਹੋ ਜੇ, ਖੁਦਾਈ, ਖੁਦਾ, ਬ੍ਰਹਮੰਡ, ਯੂਨੀਵਰਸ ਤੇ ਉਹਦਾ ਪਿਓ ਉਹਦੇ ਨਾਲ ਖੜਾ ਹੈ। ਬੇਸ਼ੱਕ ਆਹੂਤੀ ਦੇਣੀ ਪੈ ਜੇ, ਕੁਛ ਵੀ ਕਰਨਾ ਪੈ ਜੇ, ਪੰਜਾਬ ਦੇ ਲੋਕਾਂ ਦੇ ਨਾਲ ਖੜੇ ਆ, ਪੰਜਾਬ ਦੇ ਕਿਸਾਨਾਂ ਦੇ ਨਾਲ ਖੜੇ ਆ, ਹਰ ਧਰਮ ਦੇ ਨਾਲ ਖੜੇ ਆ ਔਰ ਖੜੇ ਰਵਾਂਗੇ। ਬੇਸ਼ੱਕ ਪਿਓ ਪੁੱਤ ਰਹਿਣ ਨਾ ਰਹਿਣ, ਕੋਈ ਪਰਵਾਹ ਨਹੀਂ। ਲੇਕਿਨ ਤੁਹਾਨੂੰ ਲੱਗਦਾ ਨਹੀਂ ਜਿਸ ਢੰਗ ਦੀ ਸਿਆਸਤ ਹੋ ਰਹੀ ਹੈ, ਕੱਲੇ ਨਵਜੋਤ ਸਿੰਘ ਸਿੱਧੂ ਨੂੰ ਘੇਰਨ ਦੀ ਸਿਆਸਤ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ? ਕਿੰਨਾ ਸੋਹਣਾ ਸਵਾਲ ਕੀਤਾ, ਕਮਾਲ ਕਰਤੀ ਤੁਸੀਂ। ਕਿੰਨਾ ਖੌਫ। ਕਹਿੰਦੇ ਹਰੀ ਸਿੰਘ ਨਲੂਆ ਜਦ ਕੰਧਾਰ ਫਤਿਹ ਕਰਨ ਗਿਆ, ਉਸ ਤੋਂ ਬਾਅਦ ਇੱਕ ਕਹਾਵਤ ਚੱਲੀ ਕਿ ਜਦ ਬੱਚਾ ਰੋਂਦਾ ਸੀ, ਮਾਂ ਕਹਿੰਦੀ ਸੀ ਪੁੱਤ ਸੌਂ ਜਾ, ਹਰੀ ਸਿੰਘ ਨਲੂਆ ਆ ਜਾਊਗਾ। ਅੱਜ ਨਵਜੋਤ ਸਿੰਘ ਸਿੱਧੂ ਦਾ ਰੁਤਬਾ ਉਸੇ ਜਰਨੈਲ ਵਰਗਾ ਹੈ, ਉਸੇ ਮਹਾਰਾਜਾ ਰਣਜੀਤ ਸਿੰਘ ਵਰਗਾ ਹੈ ਕਿ ਜਿਹਦੇ ਖਿਲਾਫ ਇੰਨੇ ਇਕੱਠੇ ਹੋ ਕੇ ਬੰਦੇ ਉਹਦੇ ਖਿਲਾਫ ਚੱਲ ਰਹੇ ਨੇ। ਕਿੰਨਾ ਡਰ ਤੇ ਭੈ ਅੱਜ ਉਹਨਾਂ ਨੂੰ ਇਹ ਲੱਗ ਰਿਹਾ ਹੈ, ਜੇ ਜਿੱਤ ਗਿਆ ਸਾਡਾ ਕੀ ਹੋਊਗਾ, ਜੇ ਕੱਲ ਨੂੰ ਲੀਡਰ ਬਣ ਕੇ ਆ ਗਿਆ ਸਾਡਾ ਕੀ ਹੋਊਗਾ। ਮੈਂ ਸਮਝਦਾ ਐਡੀ ਵੱਡੀ ਜਿੱਤ ਹੈ ਮੇਰੇ ਪੁੱਤ ਦੀ, ਨਵਜੋਤ ਸਿੰਘ ਸਿੱਧੂ ਦੀ ਤੇ ਮੇਰੀ, ਤੇ ਰੱਬ ਦਾ ਐਡਾ ਵੱਡਾ ਥਾਪੜਾ। ਆਈ ਐਮ ਸੋ ਪ੍ਰਾਊਡ ਕਿ ਇੱਕ ਆਦਮੀ ਦੇ ਖਿਲਾਫ ਸਾਰਾ ਪੰਜਾਬ ਨਹੀਂ, ਸਾਰਾ ਹਿੰਦੁਸਤਾਨ ਦੇ ਸਿਆਸਤ ਲੋਕ ਇਕੱਠੇ ਹੋ ਕੇ ਸਿੱਟਣਾ ਚਾਹੁੰਦੇ ਆ। ਮਮਤਾ ਬੈਨਰਜੀ ਨੂੰ ਵੀ ਸਿੱਟਣਾ ਚਾਹੁੰਦੇ ਸੀ, ਉਹਦੇ ਨਾਲ ਵੀ ਬੜਾ ਕੁਛ ਹੋਇਆ। ਕੀ ਹੋਇਆ ਉੱਥੇ? ਉਹ ਔਰਤ ਕੱਲੀ ਸਕੂਟਰ ਤੇ, ਜਿਹਦੇ ਕੋਲ ਵਿਚਾਰਾ ਟੁੱਟਾ ਜਿਹਾ ਘਰ ਹੈ, ਜਿਹਨੇ ਆਪਣਾ ਕੁਛ ਨਹੀਂ ਬਣਾਇਆ, ਉਹਦੇ ਸਾਹਮਣੇ ਜੁਰਤ ਹੈਗੀ ਅੱਖ ਚੱਕ ਪਾ ਕੇ ਗੱਲ ਕਰ ਲੈਣ। ਸੋ ਇਹ ਸੱਚਾਈ ਦਾ ਦੌਰ ਹੈ। ਮੈਨੂੰ ਤਾਂ ਬੜੀ ਖੁਸ਼ੀ ਹੈ ਕਿ ਸਾਰੇ ਇਕੱਠੇ ਹੋ ਕੇ ਨਵਜੋਤ ਦੇ ਖਿਲਾਫ ਚੱਲ ਰਿਹਾ। ਜਦ ਸੂਰਜ ਨਿਕਲੇਗਾ ਨਾ, ਤੁਸੀਂ ਦੇਖਣਾ ਇਹ ਲੋਕ ਕਿੱਥੇ ਭੱਜਣਗੇ, ਫਿਰ ਉਹਨੂੰ ਭੱਜਣ ਨੂੰ ਥਾਂ ਨਹੀਂ ਮਿਲਣੀ। ਔਰ ਜਿਹੜੀ ਆ ਪਾਰਟੀਆਂ 'ਚ ਛੱਡ ਕੇ ਆਪਣੀ ਪਾਰਟੀ ਨੂੰ ਜਾ ਰਿਹਾ ਹੈ, ਜਿਹੜਾ ਬੰਦਾ ਆਪਣੀ ਮਾਂ ਦਾ ਨਾ ਹੋਇਆ, ਉਹ ਜ਼ਿੰਦਗੀ 'ਚ ਕਿਸੇ ਦਾ ਹੋ ਸਕਦਾ ਹੈ। ਜਿਸ ਮਾਂ ਨੇ ਜਨਮ ਦਿੱਤਾ ਹੋਵੇ, ਜਿਹਦੀ ਕੁੱਖ 'ਚ ਇੰਨੇ ਸਾਲ ਰਹਿ ਕੇ ਰੋਟੀਆਂ ਖਾਧੀਆਂ ਹੋਣ, ਓਏ ਉਸ ਮਾਂ ਨੂੰ ਛੱਡ ਕੇ ਦੂਜੀ ਮਾਂ ਦੇ ਬੁੱਕਲ ਜਾਓਗੇ, ਉਹਨੂੰ ਦੁੱਧ ਨਹੀਂ ਪਿਆਉਣਾ, ਨੇ ਜ਼ਹਿਰ ਹੀ ਪਿਆਉਣਾ। ਲੇਕਿਨ ਸਵਾਲ ਇਹ ਵੀ ਹੈ ਕਿ 2 ਸਾਲ ਵਜ਼ੀਰੀ ਨਵਜੋਤ ਸਿੰਘ ਸਿੱਧੂ ਕੋਲ ਰਹੀ, 2 ਸਾਲ ਸ਼ਾਇਦ ਕੁਝ ਘੱਟ ਸਮਾਂ ਹੋ ਸਕਦਾ ਹੈ, ਇਸ ਸਰਕਾਰ ਦਾ ਹਿੱਸਾ ਰਹੇ। 4.5 ਸਾਲ ਕੈਪਟਨ ਅਮਰਿੰਦਰ ਸਿੰਘ ਦਾ ਰਾਜ ਰਿਹਾ। ਹਾਲਾਂਕਿ 2 ਸਾਲ ਬਾਅਦ ਜਾਂ ਸ਼ੁਰੂਆਤ ਦੇ ਵਿੱਚ ਹੀ ਕਹੀ ਉਹਨਾਂ ਨੇ ਆਵਾਜ਼ ਜ਼ਰੂਰ ਚੁੱਕਣੀ ਸ਼ੁਰੂ ਕੀਤੀ, ਲੇਕਿਨ ਸੱਤਾ ਤੁਹਾਡੀ ਸੀ। ਹੁਣ 3 ਮਹੀਨੇ ਸੱਤਾ ਤੁਹਾਡੀ ਹੈ, ਪ੍ਰਧਾਨ ਹੋ ਤੁਸੀਂ ਪਾਰਟੀ ਦੇ, ਕਿਉਂ ਉਹ ਕੰਮ ਨਹੀਂ ਕਰਵਾ ਪਾਏ ਜਿਹੜੀਆਂ ਗੱਲਾਂ ਤੁਸੀਂ ਅੱਜ ਸਟੇਜ ਤੇ ਕਰ ਰਹੇ ਹੋ? ਮਾਫੀਆ ਰਾਜ ਦੀ ਗੱਲਾਂ ਕਰ ਰਹੇ ਹੋ, ਕਿਉਂ ਮਾਫੀਆ ਰਾਜ ਨੂੰ ਨੱਥ ਪਾਉਣ ਦਾ ਕੰਮ ਤੁਸੀਂ ਨਹੀਂ ਕੀਤਾ? ਕਿਉਂ ਤੁਸੀਂ ਉਸੀ ਸੱਤਾ ਧਿਰ ਦੇ ਨਾਲ ਰਹੇ ਜਿਹੜੀ ਸੱਤਾ ਧਿਰ ਅੱਜ ਕਹਿ ਰਹੀ ਹੈ ਕਿ ਅਸੀਂ ਕਾਰਵਾਈ ਤੇ ਕਰ ਰਹੇ ਹਾਂ? ਹੁਣ ਕਾਨੂੰਨ ਦਾ ਵੀ ਕਹਿੰਦੇ ਕੁਛ ਨਾ ਕੁਛ ਮੈਟਰ ਹੁੰਦੇ ਨੇ, ਕਾਨੂੰਨ ਦੇ ਤਹਿਤ ਵੀ ਚੱਲਣਾ ਪੈਂਦਾ। ਇਸ ਤਰ੍ਹਾਂ ਦੀ ਗੱਲਾਂ ਹੁੰਦੀਆਂ ਨੇ। ਨਾਲ ਸੁਖਜਿੰਦਰ ਰੰਧਾਵਾ ਦੀ ਵੀ ਗੱਲ ਕਰ ਲੈਂਦੇ। ਉਹ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਵਿਕਰਮ ਦੇ ਖਿਲਾਫ ਅਸੀਂ FIR ਦਰਜ ਕਰ ਦਿੱਤੀ ਹੈ, ਗ੍ਰਿਫਤਾਰੀ ਵੀ ਹੋ ਜੂਗੀ, ਕਾਨੂੰਨ ਦੇ ਤਹਿਤ ਕਾਰਵਾਈ ਹੋਏਗੀ। ਸਿੱਧੂ ਸਾਹਿਬ ਨੂੰ ਸਮਝਣ ਦੀ ਲੋੜ ਹੋਣੀ ਚਾਹੀਦੀ ਹੈ ਇਸ ਗੱਲ ਦੀ। ਬਿਲਕੁਲ। ਜੇ ਦੈਨਿਕ ਸਵੇਰਾ ਮੈਨੂੰ ਨੌਕਰੀ ਦੇ ਦੇਵੇ ਵੀ ਯੋਗਰਾਜ ਸਿੰਘ ਤੈਨੂੰ ਐਂਕਰ ਬਣਨਾ ਤੇ ਤੈਨੂੰ ਇੰਨੇ ਪੈਸੇ ਮਿਲਣੇ, ਠੀਕ ਹੈ ਜੀ, ਤੇ ਜਦ ਮੈਂ ਐਂਕਰਿੰਗ ਕਰਨ ਜਾਵਾਂ ਤੇ ਤੁਸੀਂ ਮੇਰਾ ਘੁੱਗੂ ਫੜ ਲਓ ਕਿ ਨਹੀਂ ਤੂੰ ਉੱਥੇ ਬਹਿ ਜਾ, ਐਂਕਰਿੰਗ ਮੈਂ ਕਰੂੰਗਾ, ਤੇ ਮੈਂ ਤੁਹਾਨੂੰ ਸਵਾਲ ਪੁੱਛਾਂ ਜੀ ਤੁਸੀਂ ਮੈਨੂੰ ਨੌਕਰੀ ਦਿੱਤੀ ਸੀ ਐਂਕਰ ਦੀ ਤੇ ਘੁੱਗੂ ਤੁਸੀਂ ਫੜਿਆ? ਕਹਿੰਦੇ ਨਹੀਂ, ਸਿਰਫ ਤੈਨੂੰ ਸ਼ੋਅ ਪੀਸ ਵਾਸਤੇ ਲਿਆਂਦਾ, ਤੂੰ ਬੈਠਾ ਕੇ ਬਸ ਤਾੜੀ ਮਾਰਨੀ ਹੈ। ਜਿਸ ਮੰਤਰੀ ਨੂੰ, ਸਪੋਜ਼ ਮੈਂ ਮੰਤਰੀ ਹਾਂ, ਤੁਸੀਂ ਮੰਤਰੀ ਹੋ, ਤੁਸੀਂ ਉਹਨੂੰ ਛੁੱਟੀ ਨਹੀਂ ਦੇਣੀ ਵੀ ਤੂੰ ਆਪਣਾ ਕੰਮ ਕਰ। ਹਰੇਕ ਮੰਤਰੀ ਨੂੰ, ਹਰੇਕ ਅਫਸਰ ਨੂੰ, ਹਰੇਕ ਬੰਦੇ ਨੂੰ ਇਹ ਛੁੱਟੀ ਦੇਣੀ ਚਾਹੀਦੀ ਹੈ ਕਿ ਭਾਈ ਤੂੰ ਆਪਣਾ ਕੰਮ ਕਰ, 6 ਮਹੀਨੇ ਬਾਅਦ ਮੈਂ ਤੇਰਾ ਕੰਮ ਚੈੱਕ ਕਰੂੰਗਾ ਤੂੰ ਕੀ ਕੀਤਾ। ਅੱਜ ਨਵਜੋਤ ਸਿੰਘ ਸਿੱਧੂ ਦੇ ਸਾਰੇ ਖਿਲਾਫ ਨੇ। ਜਦ ਇਹ ਮੰਤਰੀ ਸੀ ਉਦੋਂ ਵੀ ਇਹ ਸਾਰੇ ਖਿਲਾਫ ਸੀ, ਕਿਉਂਕਿ ਉਦੋਂ ਵੀ ਇਹ ਸੱਚ ਹੀ ਬੋਲਦਾ ਸੀ। ਕਾਸ਼ ਨਵਜੋਤ ਸਿੰਘ ਸਿੱਧੂ CM ਹੁੰਦਾ, ਸਰਦਾਰ ਅਮਰਿੰਦਰ ਸਿੰਘ ਜੀ ਦੀ ਸੀਟ ਤੇ ਹੁੰਦਾ, ਤੇ ਮੈਂ ਤੁਹਾਨੂੰ ਇਹ ਲਿਖ ਕੇ ਦਿੰਦਾ ਕਿ 5 ਸਾਲਾਂ ਦੇ ਵਿੱਚ ਅੱਜ ਪੰਜਾਬ
ਡਿਫਰੈਂਟ ਪੰਜਾਬ ਹੁੰਦਾ। ਜੇ ਹਾਈ ਕਮਾਂਡ ਕਾਂਗਰਸ ਦਾ ਇੰਨਾ ਅਕਲਮੰਦ ਹੈ ਔਰ ਉਹ ਨਵਜੋਤ ਸਿੰਘ ਸਿੱਧੂ ਨੂੰ ਸੀਐਮ ਫੇਸ ਅਨਾਉਂਸ ਕਰਦਾ ਹੈ, ਆਉਣ ਵਾਲੇ 5 ਸਾਲ ਜੇ ਕਾਂਗਰਸ ਆਉਂਦੀ ਹੈ ਔਰ ਸੀਐਮ ਲੀਡ ਕਰਦਾ ਹੈ, ਲੀਡਰ ਸਾਡਾ ਨਵਜੋਤ ਸਿੰਘ ਸਿੱਧੂ, ਫਿਰ ਤੁਹਾਨੂੰ ਇਲੈਕਸ਼ਨ ਲੜਨ ਦੀ ਲੋੜ ਨਹੀਂ ਪੈਣੀ। 20 ਸਾਲਾਂ 'ਚ ਪੰਜਾਬ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਰਾਜ ਆ ਜਾਏਗਾ। ਜਿਸ ਬੰਦੇ ਨੂੰ ਤੁਸੀਂ ਕੰਮ ਹੀ ਨਹੀਂ ਕਰਨ ਦਿਆ, ਤੁਹਾਨੂੰ, ਤੁਸੀਂ ਮੈਨੂੰ ਜ਼ਿਆਦਾ ਜਾਣਦੇ ਹੋ ਪ੍ਰੈਸ ਵਾਲਿਓ, ਫਿਰ ਤੁਸੀਂ ਉਸ ਬੰਦੇ ਨੂੰ ਸ਼ੋਅ ਪੀਸ ਬਣਾ ਕੇ ਕਿਉਂ ਰੱਖਿਆ ਕਿ ਤੂੰ ਬੋਲਣਾ ਹੈ, ਸਪੀਚ ਦੇਣੀ ਹੈ ਤੇ ਤੂੰ ਆ ਜਾ, ਤੈਨੂੰ ਮੰਤਰੀ ਬਣਾਵਾਂਗੇ ਜ਼ਰੂਰ, ਪਰ ਨਹੀਂ ਕੁਰਸੀ ਤੇ ਨਹੀਂ, ਤੈਨੂੰ ਪੀੜੀ ਤੇ ਬੈਠਣਾ ਪਊਗਾ। ਇਹ ਉਹਦਾ ਹਾਲ ਹੈ। ਲੇਕਿਨ ਕੁਝ ਟਕਸਾਲੀ ਇਹ ਵੀ ਕਹਿੰਦੇ ਨੇ ਕਿ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਉਹਨਾਂ ਦੀ ਕੁਰਬਾਨੀਆਂ ਨੂੰ ਵੀ ਪਾਰਟੀ ਆਲਾ ਕਮਾਨ ਨੂੰ ਯਾਦ ਰੱਖਣਾ ਚਾਹੀਦਾ ਹੈ। ਕੱਲ੍ਹ ਹੀ ਜਿਹੜਾ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਉਸ ਨੂੰ ਥੋੜ੍ਹਾ ਬਹੁਤ ਸੰਘਰਸ਼ ਕਰਨ ਦਿਓ, ਬਾਅਦ ਦੇ ਵਿੱਚ ਕੋਈ ਵੱਡਾ ਅਹੁਦਾ ਦੇ ਦੇਣ। ਅਮਰਿੰਦਰ ਸਿੰਘ ਜੀ ਅਕਾਲੀ ਪਾਰਟੀ ਛੱਡ ਕੇ ਆਏ, 800 ਵੋਟਾਂ, ਜ਼ਮਾਨਤ ਵੀ ਜ਼ਬਤ ਹੋ ਗਈ, ਆਉਂਦੇ ਹੀ ਪ੍ਰਧਾਨ ਬਣ ਗਏ, ਆਉਂਦੇ ਸੀਐਮ ਬਣ ਗਏ। ਉਹਨਾਂ ਦੀ ਐਗਜ਼ਾਮਪਲ ਅਲੱਗ ਹੈ ਨਵਜੋਤ ਸਿੰਘ ਸਿੱਧੂ। ਇਹਨੂੰ ਤਾਂ ਫਿਰ ਵੀ ਸਿਆਸਤ 'ਚ 18 ਸਾਲ ਹੋ ਗਏ। ਕਦੇ ਤੁਸੀਂ ਇਹ ਸਵਾਲ ਪੁੱਛਿਆ ਕਿ ਜੀ ਸਰਦਾਰ ਜੀ ਤੁਸੀਂ ਆਏ ਸੀ, ਆਉਂਦੇ ਪ੍ਰਧਾਨ, ਆਉਂਦੇ ਸੀਐਮ, ਤੇ ਫਿਰ ਨਵਜੋਤ ਸਿੰਘ ਸਿੱਧੂ ਕਿਉਂ ਨਹੀਂ ਹੋ ਸਕਦਾ? ਕਿਸਾਨ ਆਗੂਆਂ ਦੀ ਸਿਆਸਤ ਨੂੰ ਕਿੱਦਾਂ ਦੇਖ? ਮੇਰੇ ਹਿਸਾਬ ਨਾਲ ਕਿਸਾਨ ਇਲੈਕਸ਼ਨ ਲੜ ਰਹੇ ਬੜਾ ਚੰਗਾ, ਕਿਉਂਕਿ ਮੇਰੀ ਆਪਣੀ ਮਰਜ਼ੀ ਸੀ। ਪਰ ਮੈਂ ਉਦੋਂ ਇੱਕ ਗੱਲ ਕਹੀ ਸੀ, ਮੈਂ ਕਿਹਾ ਤੁਸੀਂ ਸਾਰੇ 34 ਜਥੇਬੰਦੀਆਂ 117 ਚੋਂ 34 ਕੱਢ ਦਿਓ, ਬਾਕੀ ਜਿਹੜੇ ਹੈਗੇ ਆ ਤੁਸੀਂ ਚੰਗੇ ਨੌਜਵਾਨ ਜਿਨ੍ਹਾਂ ਨੇ ਤੁਹਾਡਾ ਸਾਥ ਦਿੱਤਾ, ਜਿਹੜੇ ਬੋਲੇ ਹੈ, ਉੱਥੇ ਜਾ ਕੇ ਤੁਹਾਡੇ ਨਾਲ ਰਹੇ ਹੈ, ਬੁੱਧੀਵਾਨ ਜੀਵ ਪੰਜਾਬ 'ਚ ਬਹੁਤ ਨੇ, ਇੰਟੈਲੀਜੈਂਟ ਪੀਪਲ ਬਹੁਤ ਨੇ, ਤੁਸੀਂ ਉਹਨੂੰ ਲਿਆ ਕੇ ਆਪਣੀ ਪਾਰਟੀ ਬਣਾਓ, ਕਿਸੇ ਨਾਲ ਤੁਸੀਂ ਜੁਆਇਨ ਇਨ ਨਾ ਕਰੋ। ਉਦੋਂ ਮੈਨੂੰ ਬੜੀਆਂ ਗਾਲਾਂ ਰਾਜੇਵਾਲ ਸਾਹਿਬ ਨੇ ਕੱਢੀਆਂ, ਹੋਰਾਂ ਨੇ ਕੱਢੀਆਂ, ਕਿਉਂਕਿ ਮੈਂ ਤਾਂ ਉਮਰ 'ਚ ਵੱਡੇ ਆ, ਮੈਂ ਉਹਨਾਂ ਦੇ ਸਾਹਮਣੇ ਨਹੀਂ ਬੋਲ ਸਕਦਾ, ਇਹ ਯੋਗਰਾਜ ਸਿੰਘ ਗੰਦ ਪਾਉਂਦਾ ਹੈ, ਫਲਾਨਾ ਹੈ, ਧਮਕਾ ਹੈ। ਮੈਂ ਕਿਹਾ ਸ਼ਾਇਦ ਮੇਰੀ ਸੋਚ ਗਲਤ ਹੋਵੇ, ਮੈਂ ਕਈ ਵਾਰ ਸੋਚਦਾ ਸੀ, ਪਰ ਮੈਂ ਕਿਹਾ ਜੇ ਆਪਣੀ ਤਾਕਤ ਆਪਣੇ ਕੋਲ ਹੋਏਗੀ, ਕਿਸਾਨਾਂ ਦੇ ਹੱਥ 'ਚ ਹੋਏਗੀ, ਲੋਕਾਂ ਦੇ ਹੱਥ 'ਚ ਹੋਏਗੀ, ਕਿਉਂਕਿ ਤੁਸੀਂ ਕਿਸਾਨਾਂ ਦੇ ਲੀਡਰ ਹੋ, ਤਾਂ ਤੁਸੀਂ ਓਬਵੀਅਸਲੀ ਕਿਸਾਨਾਂ ਦੇ ਨਾਲ ਕਦੇ ਮਾੜਾ ਨਹੀਂ ਕਰੋਗੇ, ਤੁਸੀਂ ਉਹਨਾਂ ਨੂੰ ਆਪਣੇ ਬਰਾਬਰ ਬਿਠਾ ਕੇ ਰੱਖੋਗੇ। ਤੇ ਤੁਸੀਂ ਉਦੋਂ ਮੇਰੀ ਗੱਲ ਨੂੰ ਕੰਡੈਮ ਕੀਤਾ, ਹੁਣ ਤੁਸੀਂ ਇਲੈਕਸ਼ਨ ਲੜ ਰਹੇ ਹੋ, ਔਰ ਉਹ ਵੀ ਮੈਨੂੰ ਸੁਣਨ 'ਚ ਆਇਆ ਕਿ ਆਪ ਦੇ ਨਾਲ ਰਲ ਕੇ ਕਰ ਰਹੇ ਹੈ, ਔਰ 2 ਸੀਐਮ ਫੇਸ ਜੋ ਮੈਂ ਪੜ੍ਹਿਆ ਤੁਹਾਡੀ ਮੀਡੀਆ ਦੇ ਵਿੱਚ, ਬਈ ਇੱਕ ਭਗਵੰਤ ਮਾਨ ਤੇ ਇੱਕ ਰਾਜੇਵਾਲ ਸਾਹਿਬ। ਤੇ ਜੇ ਤੁਸੀਂ ਇਹੀ ਕੁਛ ਹੀ ਕਰਨਾ ਸੀ ਤਾਂ ਫਿਰ ਤੁਸੀਂ ਅੰਦੋਲਨ 'ਚ ਕਰਨ ਕੀ ਗਏ ਸੀ? ਵੈਸੇ ਇੱਕ ਗੱਲ ਮੈਂ ਬੜੇ ਸਤਿਕਾਰ ਨਾਲ ਤੇ ਮਾਣ ਨਾਲ ਕਹਿ ਦੇਣਾ ਚਾਹੁੰਦਾ, ਜਥੇਬੰਦੀਆਂ ਨੇ ਅੰਦੋਲਨ ਨਹੀਂ ਲੜਾਇਆ। ਇਹ ਅੰਦੋਲਨ ਗੁਰੂ ਮਹਾਰਾਜ ਨੇ, ਅਕਾਲ ਪੁਰਖ ਨੇ ਤੇ ਪੰਜਾਬ ਦੇ ਇੱਕ ਇੱਕ ਜੀ ਨੇ, ਵੱਡਾ ਬਜ਼ੁਰਗ, ਧੀਆਂ ਭੈਣਾਂ, ਜਵਾਨੀ ਨੇ ਲੜਾਇਆ। ਕਿਉਂਕਿ ਜੇ ਅੰਦੋਲਨ ਆਪਾਂ ਅੱਜ ਜਿੱਤਿਆ ਤੇ ਜਦ 18 ਕਿੱਲੇ ਸੀਲਿੰਗ ਲੱਗੀ ਸੀ ਉਦੋਂ ਇਹ ਅੰਦੋਲਨ ਕਿਉਂ ਨਹੀਂ ਜਿੱਤਿਆ ਗਿਆ? ਮੈਨੂੰ ਜਵਾਬਦਾਰੀ ਬਣਦੀ ਹੈ ਸਾਰਿਆਂ ਦੀ, ਜਵਾਬ ਦੇਣਾ ਚਾਹੀਦਾ। ਇਸ ਕਰਕੇ ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਇਲੈਕਸ਼ਨ ਲੜੋ, ਬੜੀ ਖੁਸ਼ੀ ਦੀ ਗੱਲ ਹੈ, ਮੈਨੂੰ ਬਹੁਤ ਖੁਸ਼ੀ ਹੈ, ਲੇਕਿਨ ਇਲੈਕਸ਼ਨ ਲੜੋ ਆਪਣੇ ਉਹ ਬੁੱਧੀਜੀਵ ਲੈ ਕੇ ਨਾਲ, ਉਹ ਬੰਦੇ ਜਿਹੜੇ ਤੁਹਾਡੇ ਨਾਲ ਮਰੇ ਆ, ਤੁਹਾਡੇ ਨਾਲ ਤੁਰੇ ਆ, ਜਿਹੜੇ ਉੱਥੇ ਸਟੇਜਾਂ ਤੇ ਬੋਲੇ, ਉਹਨੂੰ ਲੈ ਕੇ ਆਪਣੀ ਨਵੀਂ ਪਾਰਟੀ ਬਣਾਓਗੇ ਤਾਂ ਮੈਨੂੰ ਬੜੀ ਖੁਸ਼ੀ ਹੋਵੇਗੀ। ਲੇਕਿਨ ਤੁਹਾਨੂੰ ਲੱਗ ਨਹੀਂ ਰਿਹਾ ਕਿ ਵੰਡੀਆਂ ਪੈਣੀਆਂ ਸ਼ੁਰੂ ਹੋ ਗਈਆਂ? ਜਿਹੜਾ ਸੰਯੁਕਤ ਕਿਸਾਨ ਮੋਰਚਾ ਇੱਕ ਬਣਿਆ ਸੀ, ਉਸਦੇ ਕਈ ਲੀਡਰ ਜਿਹੜੀ ਪੰਜਾਬ ਦੀ ਜਥੇਬੰਦੀਆਂ ਨਾਲ ਹੀ ਤਾਲੁਕ ਰੱਖਦੇ ਨੇ, ਉਹ ਕਹਿੰਦੇ ਅਸੀਂ ਇਸ ਗੱਲ ਦੇ ਪੱਖਧਰ ਨਹੀਂ ਹਾਂ ਕਿ ਚੋਣ ਲੜੋ, ਕਿਉਂਕਿ ਕਹਿੰਦੇ ਮੋਰਚਾ ਫਤਿਹ ਨਹੀਂ ਹੋਇਆ ਹਜੇ ਮੋਰਚੇ ਦੇ ਵਿੱਚ ਲੜਾਈਆਂ ਹੋਰ ਜਾਰੀ ਨੇ। ਪਹਿਲਾ ਪੜਾਅ ਪਾਰ ਹੋਇਆ, ਹਜੇ MSP ਦੀ ਲੜਾਈ ਹੈ, ਹਜੇ ਹੋਰ ਲੜਾਈਆਂ ਨੇ, ਉਹ ਵੀ ਜਿੱਤਣੀਆਂ ਜ਼ਰੂਰੀ ਨੇ, ਤੇ ਪਹਿਲਾਂ ਉਹਨਾਂ ਨੂੰ ਜਿੱਤੋ, ਉਸ ਤੋਂ ਬਾਅਦ ਸਿਆਸਤ ਦਾ ਹਿੱਸਾ ਬਣੋ। ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਸਾਰੇ ਪੰਜਾਬ ਦੇ ਵਾਸੀਆਂ ਨੂੰ, ਹਿੰਦੁਸਤਾਨ ਨੂੰ, ਮੀਡੀਆ ਨੂੰ, ਮੈਨੂੰ ਇਸ ਗੱਲ ਦਾ ਕੋਈ ਜਵਾਬ ਦੇਵੇ ਕਿ ਪੰਜਾਬ ਐਡਾ ਵੱਡਾ ਸਟੇਟ ਸੀਗੀ, ਤਿੱਬਤ ਦੀ ਅਜੇ ਤੱਕ ਉਹਨਾਂ ਨੇ ਜ਼ਮੀਨ ਵਾਪਸ ਨਹੀਂ ਕੀਤੀ ਹਿੰਦੁਸਤਾਨ ਨੂੰ। ਕੀ ਕਿਹਾ ਉਹਨਾਂ ਨੇ ਕਿ ਸਿੱਖਾਂ ਨਾਲ ਗੱਲ ਕਰਾਂਗੇ ਫੇਰ ਦਿਆਂਗੇ, ਕਿਉਂਕਿ ਸਿੱਖ ਸਟੇਟ ਸੀ। ਫੇਰ ਗੱਲ ਕਸ਼ਮੀਰ ਤੱਕ, ਕੰਧਾਰ ਤੱਕ, ਦਿੱਲੀ ਤੱਕ। ਇਹ ਇੰਨਾ ਕੁ ਕਿਉਂ ਰਹਿ ਗਿਆ ਜਿੱਥੇ ਇੰਨੀਆਂ ਵੰਡੀਆਂ ਪੈ ਗਈਆਂ? ਤੁਹਾਨੂੰ ਪਤਾ ਕਿਉਂ? ਕਿਉਂਕਿ ਈਰਖਾਬਾਜੀ, ਜੈਲਸੀ ਫੈਕਟਰ, ਇੱਕ ਦੂਜੇ ਨੂੰ ਥੱਲੇ ਸਿੱਟਣ ਦਾ ਇਹ ਅੰਦਾਜ਼, ਇਹ ਗੁਰ, ਇਹ ਬਦਨਸੀਬੀ ਸ਼ਾਇਦ ਉਸ ਪਿਤਾ ਤੋਂ, ਅਕਾਲ ਪੁਰਖ ਤੋਂ ਮਿਲੀ ਹੈ
ਕਿ ਜੇ ਪੰਜਾਬੀਆਂ ਨੂੰ ਇਹ ਅਹਿਸਾਸ ਹੋ ਜਾਂਦਾ ਕਿ ਅਸੀਂ ਇਕੱਠੇ ਇੱਕ ਝੰਡੇ ਥੱਲੇ ਤੁਰਨਾ ਹੈ, ਇਕੱਠੇ ਹੋ ਕੇ ਤੁਰਨਾ, ਤਾਂ ਇਹਨਾਂ ਨੂੰ ਜ਼ਿੰਦਗੀ 'ਚ ਕੋਈ ਛੋਟਾ ਨਹੀਂ ਕਰ ਸਕਦਾ ਸੀ, ਕੋਈ ਹਰਾ ਨਹੀਂ ਸਕਦਾ। ਲੇਕਿਨ ਦੁੱਖ ਦੀ ਗੱਲ ਇਹ ਹੈ ਕਿ ਸਾਡੇ ਵੱਡ ਵਡੇਰੇ, ਕੋਈ ਇਹ ਵੱਡ ਵਡੇਰੇ ਇਹ ਨਹੀਂ, ਇਹਨਾਂ ਦੇ ਵੀ ਵੱਡ ਵਡੇਰੇ, ਮੇਰੇ ਵੱਡੇ ਵੱਡ ਵਡੇਰਿਆਂ ਤੋਂ ਵੀ ਵੱਡ ਵਡੇਰੇ, ਜਦ ਉਹ ਪੈਸੇ ਤੇ ਵਿਕਦੇ ਰਹੇ ਹੈ, ਜਾਇਦਾਦਾਂ ਤੇ ਵਿਕਦੇ ਰਹੇ ਹੈ, ਤੇ ਫਿਰ ਇਹ ਤਾਂ ਫਿਰ ਹੁਣ ਜ਼ਮਾਨਾ ਹੀ ਹੋਰ ਆ ਗਿਆ। ਤੇ ਆਪਾਂ ਨੂੰ ਕੀ ਉਮੀਦ ਆਪਾਂ ਰੱਖਦੇ ਸੀ? ਜੇ ਅੱਜ ਇਕੱਠੇ ਹੁੰਦੇ, ਜੇ ਰਾਜਾ ਸਾਹਿਬ ਇਹ ਕਹਿੰਦੇ ਕਿ ਭਾਈ ਮੇਰੀ ਇਨਿੰਗ ਪੂਰੀ ਹੋ ਗਈ, ਆ ਵੀ ਬੈਟਰ ਨਵਜੋਤ ਸਿੰਘ ਸਿੱਧੂ ਨੂੰ ਮੈਂ ਫੜਾ ਰਿਹਾ, ਸਾਰਿਆਂ ਨੇ ਇਕੱਠੇ ਰਹਿਣਾ, ਹਾਈ ਕਮਾਂਡ ਨੂੰ ਕਹਿੰਦੇ ਕਿ ਅਸੀਂ ਇਕਜੁੱਟ ਹੋ ਕੇ ਚੱਲਾਂਗੇ, ਆਈ ਥਿੰਕ ਹੀ ਇਜ਼ ਅ ਵੈਰੀ ਗੁੱਡ ਲੀਡਰ, ਤਾਂ ਕੈਸਾ ਲੱਗਦਾ ਸੀ? ਰਾਜਾ ਸਾਹਿਬ ਦੀ ਇੱਜ਼ਤ, ਕਾਂਗਰਸ ਦੀ ਇੱਜ਼ਤ, ਇਹਨਾਂ ਲੀਡਰਾਂ ਦੀ ਇੱਜ਼ਤ ਹੁਣ ਲੋਕੀ ਥੂ ਕਰਦੇ ਕਿ ਨਹੀਂ ਕਰਦੇ? ਸੋ ਆਈ ਥਿੰਕ ਸਾਡੀ ਇਹ ਬਦਨਸੀਬੀ ਹੈ ਕਿ ਅਸੀਂ ਇੱਕ ਝੰਡੇ ਥੱਲੇ ਕਦੇ ਨਹੀਂ ਤੁਰੇ। ਜੇ ਗੁਰੂ ਸਾਹਿਬ ਇੱਕ ਝੰਡੇ ਥੱਲੇ ਨਾ ਸਿੱਖਾਂ ਨੂੰ ਲੈ ਕੇ ਆਉਂਦੇ, ਸਾਰਿਆਂ ਨੂੰ ਨਾ ਵਰਗਾਂ ਨੂੰ ਲੈ ਕੇ ਆਉਂਦੇ, ਸਾਰੇ ਧਰਮਾਂ ਨੂੰ ਨਾ ਲੈ ਕੇ ਆਉਂਦੇ, ਤਾਂ ਔਰੰਗਜ਼ੇਬ ਤੋਂ ਲੜਾਈ ਨਹੀਂ ਜਿੱਤੀ ਜਾਣੀ। ਜਿਹੜੀ ਮੁੱਠੀ ਬੰਦ ਹੁੰਦੀ ਨਾ, ਇਹ ਤਾਕਤ ਬਹੁਤ ਹੁੰਦੀ ਹੈ, ਪਰ ਇਹ ਬਦਨਸੀਬੀ ਹੈ ਸਰ। ਔਰ ਮੈਨੂੰ ਦੁੱਖ ਹੁੰਦਾ, ਮੇਰੀ ਅੱਖ 'ਚ ਪਾਣੀ ਆਉਂਦਾ ਇਹ ਕਹਿੰਦੇ ਹੋਏ ਕਿ ਕਿੱਡੀ ਵੱਡੀ ਬਦਨਸੀਬੀ, ਜਦ ਕਿ ਹੁਣ ਲੋੜ ਸੀ ਇਕੱਠੇ ਰਹਿਣ ਦੀ, ਅੱਜ ਆਪਾਂ ਫਟ ਗਏ। ਫਟਦੇ ਤਾਂ ਆਪਾਂ ਪਹਿਲਾਂ ਵੀ ਰਹੇ ਹਾਂ। ਇਸੇ ਕਰਕੇ ਸਾਡੇ ਤੇ ਰਾਜ ਹੋ ਰਿਹਾ, ਇਸੇ ਕਰਕੇ ਸਾਡੇ ਤੇ ਤਸੀਹੇ ਹੋ ਰਹੇ ਆ, ਕਿਉਂਕਿ ਅਸੀਂ ਆਪਸ 'ਚ ਇਕੱਠੇ ਨਹੀਂ ਰਹਿ ਸਕਦੇ। ਇਜ਼ਰਾਈਲ ਦੀ ਗੱਲ ਕਰਦਾ, ਤੁਸੀਂ ਇਜ਼ਰਾਈਲ ਦੀ ਹਿਸਟਰੀ ਪੜ੍ਹੀ ਹੋਣੀ, ਜੂਸ ਦੀ, ਯਹੂਦੀਆਂ ਦੀ। ਉਹਨਾਂ ਨੂੰ ਬਜ਼ੁਰਗਾਂ ਨੇ ਕਿਹਾ ਸੀ, ਓਏ ਆਪਸ ਨਾ ਲੜੋ, ਇਕੱਠੇ ਰਹੋ, ਆਪਸ ਨਾ ਲੜੋ, ਇਕੱਠੇ ਰਹੋ। ਨਹੀਂ ਹਟੇ, ਫਿਰ ਛਿੱਤਰ ਮਾਰ ਮਾਰ ਕੇ ਉਸ ਕੰਟਰੀ 'ਚੋਂ ਬਾਹਰ ਕੱਢਿਆ। ਜਦ ਕੱਢ ਕੇ ਉਹ ਬਾਹਰ ਆ ਗਏ, ਜਿੱਥੇ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਅਸੀਂ ਜਾਣਾ ਕਿੱਥੇ ਹੈ, 1000 ਸਾਲ ਲੱਗਿਆ ਉਹ ਇਕੱਠੇ ਹੋਏ। ਇਕੱਠੇ ਹੋਣ ਤੋਂ ਬਾਅਦ ਉਹਨਾਂ ਨੇ ਆਪਣਾ ਮੁਲਕ ਇਜ਼ਰਾਈਲ ਨੂੰ ਵਾਪਸ ਲਿਆ, ਜਿਹੜਾ ਕਿ ਅੱਜ ਵਨ ਆਫ ਦ ਬੈਸਟ ਕੰਟਰੀ ਇਨ ਦ ਵਰਲਡ ਹੈ, ਕਿਉਂਕਿ ਉਹਨਾਂ ਨੇ ਰਿਅਲਾਈਜ਼ ਕਰ ਲਿਆ ਕਿ ਇਕੱਠੇ ਰਹਿਣ 'ਚ ਹੀ ਤਾਕਤ ਹੈ। ਸ਼ਾਇਦ ਕੋਈ ਇਹਨੂੰ ਇੰਨੀ ਅਕਲ ਦੇ ਦੇਵੇ ਕਿ ਜੇ ਇਕੱਠੇ ਰਹੋਗੇ ਤਾਂ ਤੁਹਾਨੂੰ ਕੋਈ ਹਰਾ ਨਹੀਂ ਸਕਦਾ। ਇੱਕ ਸਵਾਲ, ਕਿਆ ਤੁਸੀਂ ਇਸ ਸਿਆਸਤ ਦੇ ਮਹਾਕੁੰਭ ਦਾ ਹਿੱਸਾ ਬਣਨ ਜਾ ਰਹੇ ਹੋ? ਕਿਆ 2022 ਦੀ ਚੋਣ ਲੜਨ ਲਈ ਤਿਆਰ ਹੋ? ਕਿਆ ਕਿੱਥੋਂ ਤੁਸੀਂ ਕਰ ਰਹੇ ਹੋ ਬਈ ਹਾਂ ਮੈਨੂੰ ਵੀ ਟਿਕਟ ਮਿਲੇ, ਨਵਜੋਤ ਸਿੰਘ ਸਿੱਧੂ ਕਿਉਂਕਿ ਪ੍ਰਧਾਨ ਨੇ ਕਾਂਗਰਸ ਦੇ, ਔਰ ਕਿਤੇ ਨਾ ਕਿਤੇ ਜਦੋਂ ਸੀਟਾਂ ਦੀ ਵੰਡ ਹੋਏਗੀ ਉਹਨਾਂ ਦੀ ਵੀ ਚਲਦੀ ਨਜ਼ਰ ਆਏਗੀ। ਪਹਿਲਾਂ ਵੀ ਤੁਸੀਂ ਸਿਆਸਤ ਦਾ ਹਿੱਸਾ ਰਹਿ ਚੁੱਕੇ ਹੋ, ਕਿਆ ਇਸ ਵਾਰ ਤਿਆਰੀ ਕਰ ਰਹੇ ਹੋ? ਮੈਂ ਕੋਈ ਪੋਲੀਟੀਸ਼ੀਅਨ ਨਹੀਂ, ਨਾ ਹੀ ਮੈਨੂੰ ਪੋਲੀਟਿਕਸ ਦੇ ਸਪੈਲਿੰਗ ਆਉਂਦੇ। ਮੈਂ ਤਾਂ ਇੱਕ ਸਿੱਧਾ ਸਾਦਾ ਧੰਨਾ ਜੱਟ ਆਦਮੀ ਆ, ਸਿੱਧੀ ਗੱਲ ਕਰਦਾ, ਸੱਚੀ ਗੱਲ ਕਰਦਾ। ਕਿਉਂਕਿ ਜੇ ਮੇਰੇ ਅੱਗੇ ਬੰਦੇ ਕੋਲ ਤਾਕਤ ਆਈ ਨਾ, ਤਾਂ ਫਿਰ ਬਹੁਤ ਕੁਝ ਚੇਂਜ ਹੋਊਗਾ। ਇਸ ਵੇਲੇ ਪੰਜਾਬ ਦੇ ਵਿੱਚ ਬੜਾ ਇੱਕ ਗੱਲ ਦਾ ਦੁੱਖ ਹੁੰਦਾ ਕਿ ਅਸੀਂ ਉਹ ਸਟੇਟ ਸੀ ਜਿਹੜੀ ਸਟੇਟ ਲੋਕਾਂ ਨੂੰ ਖਾਣਾ ਪਹੁੰਚਾਉਂਦੀ ਸੀ, ਅੰਨਦਾਤਾ ਕਹਿਲਾਉਂਦੀ ਸੀ। ਅੱਜ ਸਾਡੇ ਹੀ ਬੰਦਿਆਂ ਨੂੰ ਲਾਈਨ ਦੇ ਵਿੱਚ ਖੜੇ ਹੋਣਾ ਪੈਂਦਾ ਹੈ ਆਟਾ ਦਾਲ ਮੰਗਣ ਵਾਸਤੇ। ਅੱਜ ਸਾਡੇ ਕੋਲ ਕੋਈ ਸਕੂਲ ਨਹੀਂ, ਚੰਗੇ ਐਜੂਕੇਸ਼ਨ ਨਹੀਂ, ਸਾਰੇ ਬੱਚੇ ਬਾਹਰ ਜਾ ਰਹੇ ਹੈ, ਕੋਈ ਚੰਗੇ ਹਸਪਤਾਲ ਨਹੀਂ। ਆਹ ਚੀਜ਼ਾਂ ਜਿਹੜੀਆਂ ਹੈਗੀਆਂ, ਮੈਂ ਸੋਚਦਾ ਕਿ ਜੇ ਆਪਾਂ 5-6 ਏਜੰਡੇ, ਜਿਹੜੇ 10 ਏਜੰਡੇ ਲੈ ਆਈਏ ਪੰਜਾਬ ਦੇ ਵਿੱਚ, ਜਿਹੜੀ ਵੀ ਨਵਜੋਤ ਨਾਲ ਮੇਰੀ ਗੱਲ ਹੁੰਦੀ ਰਹਿੰਦੀ ਹੈ, ਤਾਂ ਬਹੁਤ ਚੰਗਾ। ਜਿਹੜਾ ਸਵਾਲ ਤੁਸੀਂ ਪੁੱਛਿਆ ਮੇਰਾ, ਮੈਂ ਬਿਲਕੁਲ ਹੀ ਇਸ ਚੀਜ਼ 'ਚ ਇੰਟਰਸਟਿਡ ਨਹੀਂ ਸੀ ਜਦ ਨਵਜੋਤ ਨੇ ਮੈਨੂੰ ਪੁੱਛਿਆ। ਪਰ ਉਹਨੇ ਕਿਹਾ ਬਾਈ ਜੀ ਯੋਗਪਾਲ, ਜੇ ਆਪਣੇ ਕੋਲ ਤਾਕਤ ਨਹੀਂ ਹੋਊਗੀ ਆਪਾਂ ਕਿਵੇਂ ਜ਼ਿੰਦਗੀ ਦੇ ਵਿੱਚ ਆਪਣੇ ਹਿੱਸੇ ਦਵਾਵਾਂਗੇ? ਔਰ ਤੁਸੀਂ ਸਟੇਜ ਤੇ ਖੜ ਖੜ ਕੇ ਗੱਲਾਂ ਕਰਦੇ ਹੋ। ਸੋ ਜੇ ਪੰਜਾਬ ਨੂੰ ਮੇਰੀ ਲੋੜ ਪਈ, ਜੇ ਨਵਜੋਤ ਸਿੰਘ ਸਿੱਧੂ ਨੂੰ ਮੇਰੀ ਲੋੜ ਪਈ, ਪੰਜਾਬ ਦੀ ਖਾਤਰ, ਪੰਜਾਬ ਦੇ ਲੋਕਾਂ ਦੀ ਖਾਤਰ, ਪੰਜਾਬ ਦੇ ਕਿਸਾਨਾਂ ਦੀ ਖਾਤਰ, ਪੰਜਾਬ ਦੇ ਹਰ ਵਰਗ, ਹਰ ਧਰਮ ਦੀ ਖਾਤਰ, ਜੇ ਮੇਰੀ ਲੋੜ ਪਈ ਤਾਂ ਮੈਂ ਹਾਜ਼ਰ ਹਾਂ। ਕਿਆ ਅਪਰੋਚ ਕੀਤਾ ਕਿਸੇ ਸੀਟ ਲਈ? ਨਹੀਂ, ਮੈਂ ਤਾਂ ਕਿਸੇ ਨੂੰ ਨਹੀਂ ਕਿਹਾ, ਨਾ ਮੇਰੀ ਕਿਸੇ ਨਾਲ ਗੱਲ ਹੋਈ ਹੈ। ਨਵਜੋਤ ਸਿੰਘ ਸਿੱਧੂ ਜੋ ਸੋਚੇਗਾ ਮੇਰੇ ਲਈ ਉਹੀ ਹੈ। ਜੇ ਉਹਨੂੰ ਲੋੜ ਹੈ, ਜੋ ਕਹੂਗਾ ਬਾਪੂ ਘਰ ਬਹਿਣਾ, ਬਾਹਰ ਘਰ ਬਹਿ ਜਾ, ਫਾਈਨ, ਵੈਰੀ ਗੁੱਡ। ਜੋ ਕਹੂਗਾ ਮੈਨੂੰ ਲੋੜ ਹੈ, ਚੱਲ ਮੇਰੇ ਨਾਲ, ਤਾਂ ਮੈਂ ਉਹਦੇ ਨਾਲ ਤੁਰੂੰਗਾ। ਫॉर ਮੀ ਨਵਜੋਤ ਸਿੰਘ ਸਿੱਧੂ ਇਜ਼ ਐਵਰੀਥਿੰਗ। ਕਿਉਂਕਿ ਦੋ ਚੀਜ਼ਾਂ, ਕਿਸਾਨ ਅੰਦੋਲਨ ਤੇ ਨਵਜੋਤ ਸਿੰਘ ਸਿੱਧੂ, ਇਹ ਦੋ ਚੀਜ਼ਾਂ ਦੀ ਡਿਊਟੀ ਜਿਹੜੀ ਮੇਰੀ ਲੱਗੀ ਸੀ ਗੁਰੂ ਘਰ ਤੋਂ, ਉਹ ਮੇਰੀ ਤਰ੍ਹਾਂ ਸੰਪੂਰਨ ਹੈ। ਔਰ ਮੈਨੂੰ ਜਿਵੇਂ ਕਹਿਣਗੇ ਪੰਜਾਬ ਦੇ ਲੋਕ, ਸਿੱਧੂ ਜਿਵੇਂ ਕਹੂਗਾ ਮੈਂ ਉਵੇਂ। ਕਿਹੜੀ ਸੀਟ ਤੋਂ ਚੋਣ ਲੜਨਾ ਚਾਹੁੰਦੇ ਹੋ? ਨਹੀਂ, ਮੈਨੂੰ ਇਹ ਵੀ ਨਹੀਂ ਪਤਾ ਕਿਹੜੀ ਸੀਟ ਤੋਂ ਲੜਨਾ ਚਾਹੁੰਦਾ, ਕਿਉਂਕਿ ਇਹ ਸਾਰਾ ਕੁਝ ਜਿਹੜਾ ਹੈਗਾ, ਇਹ ਮੇਰਾ ਖਿਆਲ ਨਵਜੋਤ ਨੂੰ ਹੀ ਪਤਾ ਕੀ ਉਹ ਚਾਹੁੰਦਾ ਹੈ। ਜਿਵੇਂ ਆਖੂਗਾ ਮੈਂ ਤਾਂ ਉਵੇਂ ਕਰੂੰਗਾ। ਕਿਆ ਗੱਲਬਾਤ ਕੀਤੀ ਹੈ ਉਹਨਾਂ ਨੇ ਕਿ ਆਓ ਸਿਆਸਤ ਦਾ ਹਿੱਸਾ ਬਣੋ, ਇਨ ਚੋਣਾਂ ਦਾ ਹਿੱਸਾ ਬਣੋ? ਉਹ ਤਾਂ ਕਹਿੰਦੇ ਨੇ ਕਿ ਹਰ ਪੰਜਾਬੀ ਬੰਦੇ ਨੂੰ, ਤੁਸੀਂ ਸਪੀਚ ਸੁਣਿਆ ਹੋਣਾ,
ਵੀ ਸਿਆਸਤ ਦੇ ਵਿੱਚ ਆਉਣਾ ਚਾਹੀਦਾ। ਭਾਵੇਂ ਫੈਮਿਲੀ 'ਚ 5 ਮੈਂਬਰ ਹੈ, 6 ਮੈਂਬਰ ਹੈ, ਸਭ ਨੂੰ ਸਿਆਸਤ ਦੇ ਵਿੱਚ ਕੁੱਦਣਾ ਚਾਹੀਦਾ। ਉਹਨਾਂ ਨੇ ਮੈਨੂੰ ਵੀ ਐਡਵਾਈਸ ਕੀਤੀ ਕਿ ਜੋ ਅੱਜ ਤੱਕ ਤੁਸੀਂ ਨਹੀਂ ਕੀਤਾ, ਤੁਸੀਂ ਹੁਣ ਸ਼ਾਇਦ ਬਹੁਤ ਅੱਛਾ ਕਰ ਸਕਦੇ ਹੋ, ਕਿਉਂਕਿ ਮੈਂ ਵੀ ਸਿਆਸਤੀ ਆਦਮੀ ਨਹੀਂ ਹਾਂ। ਸੋ ਆਈ ਥਿੰਕ ਸੱਚੇ ਬੰਦਿਆਂ ਦੀ ਔਰ ਚੰਗੇ ਬੰਦਿਆਂ ਦੀ ਲੋੜ ਹੈ, ਤੇ ਜੇ ਮੇਰੀ ਲੋੜ ਮੇਰੇ ਪੰਜਾਬ ਨੂੰ ਹੈਗੀ ਹੈ ਤਾਂ ਮੈਂ ਹਾਜ਼ਰ ਹਾਂ। ਬਿਲਕੁਲ, ਦੇਖੋ ਜੇ ਮੇਰੀ ਲੋੜ ਪੰਜਾਬ ਨੂੰ ਹੈਗੀ ਹੈ ਤੇ ਮੈਂ ਹਾਜ਼ਰ ਹਾਂ। ਇਹ ਕਹਿਣਾ ਹੈ ਅਦਾਕਾਰ ਯੋਗਰਾਜ ਸਿੰਘ ਦਾ। ਵੇਖਣ ਵਾਲੀ ਗੱਲ ਰਹੇਗੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਇਸ ਭਖਦੀ ਸਿਆਸਤ ਦੇ ਵਿੱਚ ਕਿਆ ਇਹ ਵੀ ਇਸ ਸਿਆਸੀ ਮਹਾਕੁੰਭ ਦਾ ਹਿੱਸਾ ਬਣਦੇ ਹੋਏ ਨਜ਼ਰ ਆਉਣਗੇ ਜਾਂ ਫਿਰ ਨਹੀਂ। ਕੈਮਰਾਮੈਨ ਆਨੰਦ ਦੇ ਨਾਲ ਵਿਨੀਤ ਕਪੂਰ, दैनिक सवेरा टीवी, चंडीगढ़। ਅਲੀਸ਼ਾ ਬੇਗਮ, ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ। ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ तुरंत संपर्क करो, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। वर्ल्ड फेमस बाबा सलीम खान 21 बार गोल्ड मेडलिस्ट। सारियां थावां तो निराश अते मायूस होने वाले एक बार फोन जरूर करो, जिवें चाहोगे उवें होएगा। इट्स माई प्रॉमिस, इमीडिएटली रिजल्ट, ओपन चैलेंज। इल्मां दे माहिर A to Z समस्यावां दा फोन ते घर बैठे करवाओ हल। वशीकरण अते मुठ करनी, लव मैरिज, सौतन अते दुश्मन तो छुटकारा, पक्का काम पक्का हल, 101% दी गारंटी, अष्टाम पेपर समेत। सब तो पहला काम करन दा वादा, नौकरी, प्रमोशन, कारोबार च परेशानी, घर च झगड़ा, कोर्ट केस, तलाक, प्रॉपर्टी झगड़ा, पति पत्नी च अनबन, जादू टोना, मनमोहनी वशीकरण करवाओ जां तुड़वाओ, रुस्से नूं मनाउणा। हुणे कॉल करो बाबा सलीम खान 98 199 37 467।